मजहबी जमात के रहनुमा और कारोबारी शख्सियत हाजी नवाज गुड्डू की फैमिली पर हमला, जिसमें उनका बेटा जांभक पूरी की पूरी फैमिली को ज़ख्मी कर दिया गया। क्या वजह बनी, इस हमले के पीछे कौन है, सारी हकीकत हाजी नवाज गुड्डू की ज़ुबानी सुनते हैं। अस्सलाम वालेकुम जी, हमारे साथ हाजी नवाज साहब मौजूद हैं। इनके बेटे के ऊपर कातलाना हमला हुआ है और किसने किया है, कैसे हुआ, ये सारा मामला जानते हैं। अस्सलाम वालेकुम जी। वालेकुम सलाम। सर, पहले तो बड़े अफसोस की बात है कि आपके साथ ये हादसा पेश आया है। अल्लाह पाक आपको सब्र जमील अता फरमाए। अल्लाह ਦੀ ਰਜ਼ਾ ਜੋ ਉਹਨਾਂ ਦੀ ਜ਼ਿੰਦਗੀ ਇੰਨੀ ਸੀ। तो कैसे हुआ सर ये सारा मामला? ਮੈਂ ਉਹਦੇ ਕਦਨਾਂ ਦੀ ਸ਼ਾਦੀ ਤੇ ਗਿਆ, ਉੱਥੋਂ ਨਿਕਲਿਆ ਤੇ ਅੱਗੇ ਆ ਰਿਹਾ ਸਾਂ ਤੇ ਮੈਂ ਨਾ ਲਾੜੇ ਦੀ ਗੱਡੀ ਆਈ ਤੇ ਉਹਦੇ ਪਿੱਛੇ ਗੱਡੀ ਲਾ ਲਈ। ਇੱਕ ਪਜਾਰੋ ਆਈ ਹੈ, ਮੈਨੇ ਦੋ ਤਿੰਨ ਵਾਰੀ ਮੈਨੂੰ ਸਾਈਡ ਲਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਤੇ ਮੈਂ ਨਾ ਇਹ ਸਮਝਿਆ ਵੀ ਕੋਈ ਬੱਚੇ ਨੇ ਤੇ ਜਿਹੜੇ ਨਾ ਇਹ ਜੰਜ ਨਾਲ ਹੁੰਦੇ ਹੁੰਦੇ ਨਾ ਪੀਤੀ ਪੂਤੀ ਹੁੰਦੀ ਹੈ, ਤੇ ਮੈਂ ਗੱਡੀ ਅੱਗੇ ਕੱਢ ਲਈ। ਅੱਗੇ ਕੱਢ ਕੇ ਤੇ ਇਹਨਾਂ ਨੂੰ ਮੈਂ ਉੱਥੇ ਛੱਡ ਦਿੱਤਾ। ਮੈਂ ਸ਼ਾਦੀ ਹਾਲ 'ਚ ਆ ਗਿਆ ਵਾਂ। ਸ਼ਾਦੀ ਹਾਲ ਦੇ ਵਿੱਚ ਜਦੋਂ ਆਇਆ ਵਾਂ ਤੇ ਉੱਥੇ ਇਹਨੇ ਗੱਲ ਕਰਕੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਆਦਾ ਮੇਰਾ ਨਾਂ ਹੈ ਪੱਪ। ਮੈਂ ਕਿਹਾ ਹੋਵੇ ਤਾਂ ਮੈਂ ਕੀ ਕਰਾਂ। ਅੱਗੇ ਨਹੀਂ ਤੈਨੂੰ ਪਤਾ ਫਿਰ ਜਿਹੜੇ ਨਾ ਮੈਂ ਜਿਹੜੇ ਉਹਨਾਂ ਨੂੰ ਫਾਇਰ ਮਾਰੇ ਸਨ, ਜਿਹੜੇ 5 ਬੰਦੇ ਮਾਰੇ ਨੇ, ਉਹਨਾਂ ਦੇ ਚਿਹਰੇ ਵੀ ਉਹਨਾਂ ਦੇ ਮੂੰਹ ਨਹੀਂ ਸਿਆਪੇ ਹੈਗੇ। ਉਹ ਮੈਂ ਕਿਹਾ ਯਾਰ ਤੂੰ ਮਾਰ ਦਿੱਤੇ ਹੋਣੇ ਨੇ, ਪਰ ਲਗਾ ਕੰਮ ਕਰ ਜਾ ਕੇ ਇੱਥੇ। ਮੈਂ ਕਿਹਾ ਮੈਨੂੰ ਕਿਉਂ ਸੁਣਾਉਣਾ ਪਿਆ। ਉਹ ਪਰ ਬਰਾਦਰੀ ਸੀ, ਉਹਨਾਂ ਫੜ ਕੇ ਉਹਨੂੰ ਵੀ ਲੈ ਗਏ, ਸਾਨੂੰ ਅਸੀਂ ਅੰਦਰ ਚਲੇ ਗਏ। ਉੱਥੇ ਅਸੀਂ ਖਾਣਾ ਖਾਧਾ, ਇੱਕ ਸਾਈਡ 'ਤੇ ਉਹਨੇ ਬੈਗ ਖਾਧਾ, ਇੱਕ ਸਾਈਡ 'ਤੇ ਅਸੀਂ ਖਾਧਾ। ਖਾਣਾ ਖਾ ਕੇ ਜਦੋਂ ਵਿਹਲੇ ਹੋਏ ਤੇ ਮੇਰੇ ਕੋਲ ਉੱਠ ਕੇ ਆ ਗਿਆ। ਮੈਨੂੰ ਕਹਿੰਦਾ ਨਹੀਂ ਤੁਸੀਂ ਤਾਂ ਮੇਰੇ ਵੱਡੇ ਭਾਈ ਹੋ। ਮੈਂ ਕਿਹਾ ਯਾਰ ਤੂੰ ਮੇਰੇ ਵੱਡੇ ਵੀਰ ਹੋ, ਗੋਡਿਆਂ ਨੂੰ ਹੱਥ ਲਾਉਣ ਡੈ ਪਿਆ। ਮੈਂ ਆਖਿਆ ਯਾਰ ਗੱਲ ਹੈ ਵੇ, ਤੂੰ ਇਹ ਗੱਲ ਕਰਨਾ ਨਾ ਮੇਰਾ ਭਾਈ ਹੈ। ਮੈਂ ਕਿਹਾ ਵੀ ਮੈਨੂੰ ਮਾਨੀ ਕਰਾਨੀ ਨਹੀਂ ਸੀ ਪਤਾ ਹੈਗਾ ਵੀ ਇਹ ਗੱਡੀ ਜਿਹੜੀ ਹੈ ਤੁਹਾਡੀ ਹੈ। ਮੈਂ ਕਿਹਾ ਤੂੰ ਮੈਨੂੰ ਵੈਸੇ ਕਹਿ ਦਿੰਦਾ, ਮੈਂ ਵੈਸੇ ਤੁਹਾਨੂੰ ਰਸਤਾ ਦੇ ਦਿੰਦਾ। ਉੱਥੋਂ ਅਸੀਂ ਆ ਗਏ ਹਾਂ, ਕੋਈ ਗੱਲਬਾਤ ਨਿਬੜ ਗਈ ਸੁਲਾ। ਮੇਰੇ ਭਾਈ ਵੀ ਨਾ, ਉਹ ਸ਼ਬਾਜ਼ ਵੀ ਗਿਆ ਪਿੱਛੇ, ਉੱਥੇ ਉਹ ਵੀ ਸ਼ਾਦੀ 'ਤੇ ਸੀ, ਉਹ ਵੀ ਗਿਆ, ਉੱਥੇ ਕੋਈ ਗੱਲਬਾਤ ਹੀ ਨਹੀਂ ਹੋਈ। ਉੱਥੋਂ ਅਸੀਂ ਵਾਪਸ ਆ ਗਏ ਤੇ ਡੇਰੇ 'ਤੇ ਆ ਗਏ ਹਾਂ। ਡੇਰੇ 'ਤੇ ਤੋਂ ਭਾਈ ਨਾਸਰ ਨਿਕਲਿਆ, ਉਹਨਾਂ ਆਪਦੇ ਫਾਰਮ ਹਾਊਸ 'ਤੇ ਜਾਣਾ ਸੀ 2 ਗੱਡੀਆਂ 'ਤੇ। ਪਹਿਲੋਂ ਇਹਨਾਂ ਅੱਗੋਂ ਬੁਲਟ ਮਾਰ ਕੇ ਉਹਦੀ ਗੱਡੀ 'ਤੇ ਬਰਸਟ ਮਾਰੇ ਨੇ, ਉਹਨੂੰ ਇੱਕ ਫਾਇਰ ਲੱਗ ਗਿਆ ਸਿਰ 'ਤੇ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਮੇਰਾ ਬੇਟਾ ਸੀ ਤੇ ਮੇਰੀ ਬੇਗਮ ਜਾ ਰਹੇ ਸਨ, ਤੇ ਨਦੀਮ ਦੀ ਵਾਲਦਾ ਜਿਹੜਾ ਮੁੰਡੇ ਦੀ ਡੈਥ ਹੋਈ ਬੇਟੇ ਮੇਰੇ ਦੀ, ਉਹ ਜਿਹੜਾ ਨਾ ਉਹਦੀ ਵਾਲਦਾ ਸੀ ਨਾਲ, ਉਹਦੇ 'ਤੇ ਨਾ ਫਾਇਰਿੰਗ ਕੀਤੀ ਤੇ ਉਹਨੂੰ ਫਾਇਰ ਲੱਗ ਗਿਆ ਜਿਹੜਾ ਨਾ ਸਿਰ 'ਤੇ। ਤੇ ਉਸ ਤੋਂ ਬਾਅਦ ਇਹ ਉਹਦੇ ਮੇਰੇ ਬੇਟੇ ਦੇ ਵੀ ਹੱਥੀ ਪੈ ਗਏ ਨੇ। ਇਸ ਤੋਂ ਸਾਨੂੰ ਪਤਾ ਲੱਗਾ, ਅਸੀਂ ਉਸ ਤਰ੍ਹਾਂ ਨਾਲ ਗੱਡੀ 'ਚ ਬੈਠੇ ਹਾਂ। ਗੱਡੀ 'ਚ ਬਹਿ ਕੇ ਤੇ ਜਿਹੜਾ ਇੱਥੋਂ ਜਾ ਰਹੇ ਹਾਂ ਉੱਧਰ ਨੂੰ ਜਾ ਕੇ ਤੇ ਅਸੀਂ ਉੱਥੇ ਆਪਣੇ ਵੀ ਨਹੀਂ, ਉਰਾਂ ਹੀ ਆ ਉਹਨਾਂ ਦੇ ਡੇਰੇ ਤੋਂ। ਤੇ ਸਾਡੇ ਉੱਤੇ ਮੈਂ ਉਤਰਨਾ ਹੀ ਪਿਆ ਤੇ ਅੱਗੋਂ ਫਾਇਰਿੰਗ ਸ਼ੁਰੂ ਹੋ ਗਈ। ਮੇਰੇ ਬਾਜ਼ੂ 'ਤੇ ਆ ਫਾਇਰ ਲੱਗਾ, ਆਰ ਪਾਰ ਹੋ ਗਿਆ। ਮੁੰਡਾ ਦੂਸਰਾ ਜਿਹੜਾ ਉਤਰਿਆ ਨਾਲ ਮੇਰੇ ਇੱਕ ਹੋਰ ਸੀ, ਉਹ ਉਤਰਿਆ, ਉਹਨੂੰ ਇੱਧਰੋਂ ਫਾਇਰ ਲੱਗਾ, ਉਹ ਵੀ ਆਰ ਪਾਰ ਹੋ ਗਿਆ, ਉਹ ਵਿਚਾਰਾ ਉੱਥੇ ਡਿੱਗ ਪਿਆ। ਜਿਹੜਾ ਦੂਸਰਾ ਇੱਕ ਹੋਰ ਮੁੰਡਾ ਨਿਕਲਿਆ, ਉਹਨੂੰ ਫਾਇਰ ਲੱਗਾ। ਇਹਨਾਂ ਫਿਰ ਗੱਡੀ 'ਤੇ ਕੀਤੀ ਫਾਇਰਿੰਗ, ਤੇ ਉਹ ਨਦੀਮ ਦੇ ਗੱਡੀ ਮੋੜਦਿਆਂ ਉਹ ਨਦੀਮ ਨੂੰ ਵੀ ਸਿਰ 'ਚ 2 ਫਾਇਰ ਲੱਗ ਗਏ ਨੇ। ਇੱਕ ਉਹਨੂੰ ਛਾਤੀ 'ਤੇ ਫਾਇਰ ਲੱਗ ਗਿਆ, ਇੱਕ ਉਹਨੂੰ ਜਿਹੜਾ ਬਾਜ਼ੂ 'ਤੇ ਫਾਇਰ ਲੱਗ ਗਿਆ। ਪਰ ਮੈਂ ਉਸ ਮੁੰਡੇ ਨੂੰ ਸੰਭਾਲਦਿਆਂ ਮੈਨੂੰ ਆਪਦੇ ਬੇਟੇ ਦਾ ਪਤਾ ਹੀ ਨਹੀਂ ਹੈਗਾ ਵੀ ਉਹਨੂੰ ਵੀ ਫਾਇਰ ਲੱਗ ਚੁੱਕੇ ਨੇ। ਅਸੀਂ ਉੱਥੋਂ ਨਿਕਲੇ ਹਾਂ ਤੇ ਅਸੀਂ ਉਹਨੂੰ ਹਸਪਤਾਲ ਪਾ ਕੇ ਲੈ ਕੇ ਗਏ। ਮੈਨੂੰ ਪੁੱਛਿਆ ਵੀ ਇਹ ਨਦੀਮ ਕਿਤੇ, ਉਹਨਾਂ ਕਿਹਾ ਨਦੀਮ ਪਿੱਛੇ ਹੋਣਾ। ਮੈਂ ਨਾ ਉੱਥੋਂ ਜਿਹੜਾ ਹੈਗਾ ਨਿਕਲਿਆ ਵਾਂ ਤੇ ਮੈਨੂੰ ਪਤਾ ਲੱਗਾ ਵੀ ਜਿਹੜਾ ਨਾ ਉਹ ਨਦੀਮ ਨੂੰ ਤੇ ਪਿੱਛੇ ਇਹਨਾਂ ਕੀ ਕੀਤਾ, ਪੁਲਿਸ ਨੂੰ 1 ਤੇ ਕਾਲ ਵੀ ਅਸੀਂ ਕੀਤੀ। ਪੁਲਿਸ ਨੇ ਜਿਹੜਾ ਰੇਟਾਂ ਵੀ ਸਾਡੇ 'ਤੇ ਕੀਤੀਆਂ, ਪੁਲਿਸ ਨੇ ਜ਼ਿਆਦਤੀ ਵੀ ਸਾਡੇ ਨਾਲ ਕੀਤੀ। ਸਾਡੇ ਘਰਾਂ 'ਚ ਸਾਡੀਆਂ ਘਰ ਬੀਵੀਆਂ ਨਾਲ ਵੀ ਜ਼ਿਆਦਤੀ ਕੀਤੀ ਗਈ। ਸਾਡੇ ਜਿਹੜੇ ਨੇ ਹਰ ਚੀਜ਼ ਤੋੜ ਪਾਣੀ ਵੀ ਸਾਡੀ। ਉਸ ਤੋਂ ਬਾਅਦ ਜੀ ਜਦੋਂ ਮੇਰੇ ਬੇਟੇ ਨੂੰ ਸਾਨੂੰ ਅਰੈਸਟ ਕਰ ਲਿਆ, ਮੌਸਮ ਨੂੰ ਅਰੈਸਟ ਕਰ ਲਿਆ, ਬੇਟੇ ਨੂੰ, ਭਤੀਜੇ ਨੂੰ ਅਰੈਸਟ ਕਰ ਲਿਆ, 2-3 ਹੋਰ ਬੰਦੇ ਉਹਨਾਂ ਨੂੰ ਅਰੈਸਟ ਕਰ ਲਿਆ। ਉਹਨੇ ਕਿਹਾ, ਫਿਰ ਹਸਨ ਨੇ ਦੱਸਿਆ ਵੀ ਸਾਡੇ ਨਾਲ ਹੀ ਜ਼ਿਆਦਤੀ ਹੋਈ, ਸਾਡੇ 7-8 ਜੀਆਂ ਨੂੰ ਫਾਇਰ ਲੱਗੇ ਖਲੋਤੇ ਨੇ ਤੇ ਤੁਸੀਂ ਸਾਨੂੰ ਹੀ ਅਰੈਸਟ ਕੀਤੀ ਖਲੋਤੇ 'ਚ। ਫਿਰ ਉਸ ਤੋਂ ਬਾਅਦ ਉਹਨਾਂ ਲਰੇਟ ਕੀਤੀ ਨੇ, ਉਹਨਾਂ ਨੂੰ ਫੜਿਆ ਨੇ। ਫਿਰ ਰਾਤ ਨੂੰ ਕਿਤੇ 1-2 ਵਜੇ ਜਿਹੜੇ ਨਾ ਸਾਡਾ ਜਿਹੜਾ ਤੋੜ ਭੰਨ ਗਏ ਹਰ ਚੀਜ਼ ਜਿਹੜੀ ਉਹ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਛੱਡਿਆ ਨੇ। ਆਹ ਸੂਰਤ ਹਾਲ ਉਹ ਜਿਹੜਾ ਹੈਗਾ, ਉਹਨੇ ਅੱਗੇ ਵੀ ਉਹਨੇ ਘੱਟ ਤੋਂ ਘੱਟ ਵੀ ਉੱਥੋਂ ਕੋਈ ਮੇਰੇ ਹਿਸਾਬ 4-5 ਹਜ਼ਾਰ ਖੋਲ ਹੈ ਜਿਹੜਾ ਉੱਥੋਂ ਬਰਾਮਦ ਹੋਇਆ। ਤੇ ਉਹਦੇ ਬਾਵਜੂਦ ਉਹਨੇ ਇਸ ਇੱਕ ਅੱਗੇ ਹੀ ਬੰਦਾ
ਜਿਹੜਾ ਉਹਨੇ 5 ਬੰਦੇ ਮਾਰੇ ਨੇ ਉਹਨੂੰ ਅੱਗੇ ਹੀ ਉਹ 14 ਸਾਲ ਉਹਨੇ ਉਹਨਾਂ ਨਾਲ ਜ਼ਿਆਦਤੀ ਕਰ ਕਰਕੇ ਉਹਨਾਂ ਨਾਲ ਜ਼ਬਰਦਸਤੀ ਸੁਲ੍ਹਾ ਕੀਤੀ ਹੈ ਵੀ ਜਿਹੜੀ ਹੈਗੀ ਇਹਨਾਂ ਵੀ ਧੱਕੇ ਨਾਲ ਸੁਲ੍ਹਾ ਕਰੇਗੀ। ਤੇ ਪਰ ਇਹ ਥੋੜਾ ਵੀ ਇਹ ਕੋਈ ਦੁਸ਼ਮਣੀ ਹੈ ਹੀ ਨਹੀਂ, ਕੋਈ ਗੱਲਬਾਤ ਨਹੀਂ, ਸਿਰਫ ਇਹ ਇੱਕ ਸਾਈਡ ਨਾ ਦੇਣ ਦੀ ਸਿਰਫ ਇੱਕ ਸਾਈਡ ਦੇਣ ਤੋਂ ਸਿਰਫ ਇੰਨਾ। ਉਹ ਵੀ ਉੱਥੇ ਮੇਰੇ ਨਾਲ ਇਸ ਚੀਜ਼ ਦੀ ਵੀ ਸੁਲ੍ਹਾ ਕੀਤੀ ਗਈ ਹੈ, ਉਹਦੇ ਬਾਵਜੂਦ ਵੇਖ ਲਓ ਸਾਡੇ ਨਾਲ ਕੀ ਜ਼ਿਆਦਤੀ ਕੀਤੀ ਗਈ। ਪਰ ਸਾਡੇ ਨਾਲ ਇੰਨੀ ਜ਼ਿਆਦਤੀ ਕੀਤੀ ਗਈ ਹੈ, ਮੇਰੀ ਬੀਵੀ ਨੂੰ ਫੈਰ ਲੱਗਾ ਹੈ, ਮੇਰੇ ਭਾਈ ਨੂੰ ਫੈਰ ਲੱਗਾ, ਮੇਰੇ 2 ਬੰਦਿਆਂ ਨੂੰ ਫੈਰ ਲੱਗੇ ਨੇ। ਜਿਹੜਾ ਹੈਗਾ ਇੱਕ ਦੀ ਇਹ ਹਾਲਤ ਸੀਰੀਅਸ ਹੈ, ਉਹ ਪਿਆ, ਇੱਕ ਜਿਹੜਾ ਹੈਗਾ ਬੇਟੇ ਦੀ ਡੈਥ ਹੋ ਗਈ, ਉਹ ਅੱਲਾ ਨੂੰ ਪਿਆਰਾ ਹੋ ਗਿਆ। ਇੱਕ ਇਹ ਉਹਦੀ ਹਾਲਤ ਹੈ ਜੀ, ਇਹ ਵੀ ਉਹਦੇ ਵੀ ਬਚਣ ਦੇ ਚਾਂਸ ਜਿਹੜੇ ਇਹ ਵਿਚਾਰੇ ਦੇ ਉਹਦੇ ਗੁਰਦਿਆਂ ਨੂੰ ਦੇ ਵਿੱਚ ਫੈਰ ਲੱਗਾ। ਤੇ ਉਹ ਵੀ ਅੱਲਾ ਪਾਕ ਉਹਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਮੇਰਾ ਤਾਂ ਉਹ ਵੀ ਬੇਟਾ ਹੈ, ਜੇ ਮੇਰੇ ਨਾਲ ਕੋਈ ਰਹਿੰਦਾ ਤਾਂ ਮੇਰਾ ਉਹ ਵੀ ਪੁੱਤਰ ਹੈ। ਮੇਰੇ ਵਾਸਤੇ ਉਹ ਵੀ ਜਿੰਨਾ ਮੈਨੂੰ ਨਦੀਮ ਪਿਆਰਾ ਓਨਾ ਹੀ ਮੇਰਾ ਉਹ ਵੀ ਪੁੱਤਰ ਪਿਆਰਾ ਲੱਗਦਾ, ਜਿਹੜਾ ਇਹ ਹਸਪਤਾਲ ਪਿਆ ਤੇ ਮੌਤ ਦੇ ਕਸ਼ਮਕਸ਼ 'ਚ ਪਿਆ। ਇੰਨੀ ਵੱਡੀ ਜ਼ਿਆਦਤੀ ਹੋਈ ਹੋਵੇ ਤੇ ਫਿਰ ਵੀ ਬੰਦਾ ਇਹ ਪੁਲਿਸਾਂ ਜਿਹੜੀਆਂ ਨੇ ਇਹਨਾਂ ਨੂੰ ਇਹ ਜਿਹੀਆਂ ਬੰਦਿਆਂ ਨੂੰ ਇਹਨਾਂ ਨੂੰ ਇੱਕ ਇਬਰਤ ਦਾ ਨਿਸ਼ਾਨ ਬਣਾਉਣਾ ਚਾਹੀਦਾ ਵੀ ਜਿੰਨਾ ਇੰਨੇ ਨੇ ਫੈਰ ਮਾਰ ਕੇ ਬੰਦਿਆਂ ਨਾਲ ਜ਼ਿਆਦਤੀ ਜ਼ੁਲਮ, ਜਿਨ੍ਹਾਂ ਨੂੰ ਅੱਗੇ 5 ਮਾਰੇ ਤੇ ਜਿਹੜਾ ਉਹਨਾਂ ਦੇ ਝਾਕੇ ਲੱਥੇ। ਹੁਣ ਫਿਰ ਉਹਨਾਂ ਸਾਡੇ ਮੇਰਾ ਬੱਚਾ ਵੀ ਜਿਹੜਾ ਸ਼ਹੀਦ ਹੋ ਗਿਆ, ਸ਼ਹੀਦ ਹੀ ਹੋਇਆ ਮੇਰਾ ਬੱਚਾ, ਜਿਹੜਾ ਮਾਸੂਮ ਬੱਚਾ ਦੀ ਅੱਜ ਥੋੜੀ ਜਿੰਨੀ ਦੁਨੀਆ ਇੱਥੇ ਬੈਠੀ ਹੈ ਉਹਨੇ ਕਿਸੇ ਨਾਲ ਜ਼ਿਆਦਤੀ ਨਹੀਂ ਕੀਤੀ, ਕਿਸੇ ਨਾਲ ਧੱਕਾ ਨਹੀਂ ਕੀਤਾ, ਕਿਸੇ ਨਾਲ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਵੀ ਉਹ ਹਰ ਇੱਕ ਤੋਂ ਜੀ ਤੋਂ ਇਲਾਵਾ ਉਹਦਾ ਲਫ਼ਜ਼ ਹੀ ਨਹੀਂ ਸੀ ਹੈਗਾ। ਤੇ ਫਿਰ ਜੇ ਇਹ ਬੱਚਿਆਂ ਨੂੰ ਕੋਈ ਸ਼ਹੀਦ ਕਰਦਾ ਜਾਂ ਜ਼ਿਆਦਤੀ ਕਰਦਾ ਤੇ ਫਿਰ ਉਹਨਾਂ ਜ਼ਾਲਮਾਂ ਨੂੰ ਵੀ ਨਾ ਕੋਈ ਇਹ ਨੱਥ ਪਾਣ। ਇਹ ਪੁਲਿਸ ਨੂੰ ਨੱਥ ਪਾਣੀ ਚਾਹੀਦੀ है ना, ये ਜ਼ਾਲਮਾਂ ਨੂੰ ਜਿਹੜੇ ਜ਼ੁਲਮ ਕਰਦੇ ਨੇ। पुलिस आपके खिलाफ क्यों एक्शन ले रही है? क्या उनका कुछ सियासी बैकग्राउंड है? क्या मामला ये? ਇਹ ਤਾਂ ਪਤਾ ਨਹੀਂ ਆਉਂਦੇ ਨੇ ਜੀ, ਪਹਿਲੋਂ ਸਾਨੂੰ ਪਤਾ ਨਹੀਂ ਸੀ ਲੱਗਾ ਹੈਗਾ। ਉਹਦੀ ਵਜ੍ਹਾ ਤੋਂ ਜਿਹੜਾ ਹੈਗਾ ਨੇ ਹੁਣ ਵਜ਼ੀਰ ਆਲਾ ਮਰੀਮ ਨਵਾਜ਼ ਹੈ, ਅਸੀਂ ਤਾਂ ਉਹਨੂੰ ਇਹ ਵੀ ਅਪੀਲ ਕਰ ਰਹੇ ਹਾਂ ਜਿੰਨਾ ਸਾਡੇ ਨਾਲ ਜ਼ੁਲਮ ਹੋਇਆ ਇਹਨਾਂ ਬੰਦਿਆਂ ਨੂੰ ਜਿਹੜਾ ਨਾ ਚੌਕ 'ਚ ਖਿਲਾਰ ਕੇ ਇਹਨਾਂ ਬੰਦਿਆਂ ਨੂੰ ਗੋਲੀਆਂ ਮਾਰਨੀਆਂ ਚਾਹੀਦੀਆਂ ਜਿੰਨਾ ਸਾਡੇ ਨਾਲ ਜ਼ੁਲਮ ਹੋਇਆ। ਕਦੀ ਔਰਤਾਂ ਤੇ ਵੀ, ਔਰਤ ਤੇ ਵੀ ਕੋਈ ਜਿਹੜਾ ਹੈਗਾ ਮਰਦ ਹੋਵੇ, ਮਰਦ ਦਾ ਪੁੱਤਰ ਹੋਵੇ ਤੇ ਔਰਤ ਤੇ ਜਿਹੜਾ ਨਾ ਹੱਥ ਨਹੀਂ ਉਠਾਉਂਦਾ। ਮੇਰੀ ਜ਼ਿੰਦਗੀ 'ਚ ਇੱਕ ਲੜਾਈ ਹੋਈ ਸੀ ਜਲਿਆਣੇ, ਤੇ ਉਹ ਲੜਾਈ ਵੀ ਕਿਸੇ ਨਾਲ ਹੋਈ ਸੀ ਤੇ ਮੈਂ ਅੱਜ ਤੋਂ ਕੋਈ 20 ਸਾਲ 25 ਸਾਲ ਪੁਰਾਣੀ। ਤੇ ਇਹਨਾਂ ਦੀ ਇੱਕ ਭੈਣ ਸੀ ਇਸੇ ਮੁਰਤਜ਼ਾ ਦੀ, ਮੇਰੇ ਆਣ ਕੇ ਉਹ ਪੈਰੀ ਪਈ ਸੀ ਤੇ ਮੈਂ ਮਰਦ ਸਾਂ, ਮੈਂ ਉਹ ਤੋਂ ਪਿੱਛੇ ਹਟ ਕੇ ਚਲਾ ਗਿਆ ਸਾਂ ਤੇ ਮੇਰੀ ਬੀਵੀ ਨੂੰ ਇਹ ਨਾ ਫੈਰ ਲੱਗਾ ਤੇ ਉਹਦੇ ਬਾਵਜੂਦ ਮੇਰੇ ਬੇਟੇ ਦੇ ਇਹ ਫਿਰ ਉਹਨੂੰ ਜਿਹੜੇ ਨੇ ਉਹਦੇ ਜਿਹੜੇ ਹਸਨ ਦੇ ਵੀ ਉਹਨੂੰ ਇਹ ਜਿਹੜੇ ਵੱਟ ਮਾਰੇ ਨਾ। ਬਹਰਹਾਲ ਕੋਈ ਖਾਨਾ ਬਦੋਸ਼ ਨਹੀਂ ਅਸੀਂ ਹੈਗੇ। ਅੱਲਾ ਸਾਡਾ, ਅੱਲਾ ਦੇ ਅੱਲਾ ਦਾ ਰਸੂਲ ਮਦਦ ਕਰੇਗਾ ਇਨਸ਼ਾਅੱਲਾ ਤਾਲਾ, ਵਕਤ ਆਏਗਾ। ਬਹਰਹਾਲ ਅਸੀਂ ਇੱਕ ਵਾਰੀ ਇਹ ਜਿਹੜਾ ਨਾ ਹਰ ਦਰਵਾਜ਼ਾ ਖੜਕਾਵਾਂਗੇ ਜੇ ਇਨਸਾਫ ਲਈ। ਜੇ ਸਾਨੂੰ ਇਨਸਾਫ ਮਿਲਿਆ ਤੇ ਅਸੀਂ ਕੁਝ ਨਹੀਂ ਕਰਾਂਗੇ, ਜੇ ਸਾਨੂੰ ਨਾ ਇਨਸਾਫ ਮਿਲਿਆ ਤੇ ਅਸੀਂ ਜ਼ਿੰਦਗੀ 'ਚ ਉਹ ਜੰਗ ਲੜਾਂਗੇ ਜਿਹੜੀ ਦੁਨੀਆ ਵੇਖੇ ਦੀ ਇੱਕ ਮਿਸਾਲ ਕਾਇਮ ਕਰਾਂਗੇ। अल्लाह पाक आपके लिए आसानी पैदा करे। तो जो आपके बेटे जो गिरफ्तार हुए हैं वो रिहाई हो गई है, उनकी क्या मामला है? हाँ जी, रिहा हो गए सर, राती छड़ दिते हैं। सही हो गया। ਸਾਨੂੰ ਇਨਸਾਫ ਸਾਡੇ ਬੇਟੇ ਦਾ, ਸਾਨੂੰ ਮੇਰੀ ਬੀਵੀ ਨੂੰ ਵੈਰ ਲੱਗੇ ਨੇ, ਮੈਨੂੰ ਲੱਗੇ ਨੇ, ਮੇਰੇ ਭਾਈ ਨੂੰ ਵੈਰ ਲੱਗੇ ਨੇ। ਸਾਨੂੰ ਇਨਸਾਫ ਮਿਲਿਆ ਨਾ ਅਸੀਂ ਲੜਾਈ ਨਹੀਂ ਲੜਾਂਗੇ। ਅੱਲਾਹ ਪਾਕ ਤੇ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਫਿਰ ਮਜਬੂਰ ਹੋ ਜਾਂਦੇ। ਫਿਰ ਇਹ ਜਿਹੜੇ ਨੇ ਏਡੇ ਬੱਚੇ ਸਾਨੂੰ, ਜਿਹੜੇ ਸਾਡੇ ਬੇਟਾ ਜਾਂ ਉਹ ਵੀ ਮੇਰਾ ਪੁੱਤਰ ਹੈ ਜਿਹੜਾ ਹਸਪਤਾਲ ਪਿਆ, ਮੌਤ ਦੀ ਕਸ਼ਮਕਸ਼ 'ਚ ਉਹਦੇ ਨਿੱਕੇ ਬੱਚੇ ਨੇ, ਉਹ ਬੰਦਾ ਜਿਹੜਾ ਹਸਪਤਾਲ ਪਿਆ। ਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਉੱਠੇ ਦਾ ਜ਼ੁਲਮ ਕਰੇਗਾ ਤੇ ਉਹਨੂੰ ਕੋਈ ਜਿਹੜਾ ਇੱਥੇ ਇਨਸਾਫ ਹੀ ਨਹੀਂ ਮਿਲੇਗਾ, ਫਿਰ ਇਹ ਜ਼ਿੰਦਗੀ ਨੂੰ ਕੀ करना है सब। तो ये जी है, इनके साथ ज्यादती हुई है और वज़ीर आला पंजाब से गुजारिश है, चीफ जस्टिस साहब सुन रहे हैं जनाब, और भी जो भी इदारे जो है ना जो वीडियो देख रहे हैं उनसे रिक्वेस्ट है कि इनके साथ जो ज्यादती हुई है, इनके साथ जो मामला हुआ है उसको इंसाफ फराहम किया जाए ताकि ये जो मामला है आगे ना बढ़े और मज़ीद इस तरह की जो हादसात ना पेश आएँ। मिलेंगे इंशाअल्लाह नई स्टोरी के साथ, तब तक के लिए अपना ख्याल रखिए। अल्लाह ने के बाद।